जी आए नूं प्यारे विद्यार्थियों, 7वीं जमात की अंग्रेजी की किताब माई इंग्लिश कंपेनियन उसका लैसन नंबर 12 हचीको दी वर्ल्ड्स मोस्ट लॉयल डॉग अर्थात हचीको दुनिया का सब तो वध वफादार कुत्ता। उसकी एक्टिविटी नंबर 4 जिसका सिरलेख है क्वेश्चन आंसर्स लर्निंग टू रीड एंड कॉम्प्रीहेंड इस वीडियो करन जा रहे हैं। सो तुसी नोटबुक और पेन लै लो, सारे आंसर्स नूं अपनी नोटबुक च उतार लो, पर मगरों की बिना देखे सारे आंसर्स नूं आप लिखण का अभ्यास भी जरूर करो। तो इसी चैनल के उत्ते तुहाडी एक प्लेलिस्ट हो रही है जिसका सिरलेख है 7th मैथ, जिहदे विच तुहाडे मैथ के सारे जिहड़े सवाल ने वो हल करके वीडियो बना के पाए जा रहे हैं। तो एक पंजाबी मीडियम की भी बनाई है 7वीं गणित, ਉਹਦੇ ਵਿੱਚ ਜਿਹੜਾ ਗਣਿਤ ਪੰਜਾਬੀ ਮੀਡੀਅਮ ਹੈ ਉਹਦੇ ਵਿੱਚ ਤੁਹਾਡੇ ਸਵਾਲ ਹੱਲ ਕਰਕੇ ਪਾਣੇ ਸ਼ੁਰੂ ਕਰ ਦਿੱਤੇ ਗਏ ਨੇ। ਸੋ ਤੁਸੀਂ ਗਣਿਤ ਦਾ ਲਾਹਾ ਵੀ ਇਸੇ ਚੈਨਲ ਤੋਂ ਲੈ ਸਕਦੇ ਹੋ। ਸੋ ਆਓ ਸ਼ੁਰੂ ਕਰੀਏ ਇਹ ਵਾਲੀ ਐਕਟੀਵਿਟੀ। ਸੋ ਕਹਿੰਦੇ ਆਨਸਰਸ ਦੀ ਫੋਲੋਇੰਗ ਕੁਐਸਚਨਸ ਬੇਸਡ ਔਨ ਦੀ ਅਬਵ ਸਟੋਰੀ, ਅਰਥਾਤ ਜਿਹੜੀ ਇਹ ਸਟੋਰੀ ਅਸੀਂ ਪੜ੍ਹੀ ਹੈ, ਜਿਹਦਾ ਵੀਡੀਓ ਅਸੀਂ ਪਹਿਲੇ ਬਣਾ ਚੁੱਕੇ ਹਾਂ, ਰੀਡਿੰਗ ਐਂਡ ਐਕਸਪਲੇਨੇਸ਼ਨ, ਸਾਰੀ ਸਟੋਰੀ ਪੜ੍ਹੀ ਹੈ, ਉਹਦੇ ਅਰਥ ਕੀਤੇ ਨੇ, ਉਹ ਅਸੀਂ ਹੁਣ ਸੁਣ ਲਈਏ, ਸਮਝ ਲਈਏ, ਪੜ੍ਹ ਲਈਏ। ਤੇ ਕਹਿੰਦੇ ਆਨਸਰ ਦੀ ਫੋਲੋਇੰਗ ਕੁਐਸਚਨਸ ਬੇਸਡ ਔਨ ਦੀ ਅਬਵ ਸਟੋਰੀ, ਜਿਹੜੀ ਸਟੋਰੀ ਤੁਸੀਂ ਪੜ੍ਹੀ ਹੈ ਉਹਦੇ ਆਧਾਰ ਤੇ ਹੇਠ ਲਿਖੇ ਸਵਾਲਾਂ ਦੇ ਜਵਾਬ ਲਿਖੋ। ਸੋ ਪਹਿਲਾ ਸਵਾਲ ਹੈ ਹੂ ਵਾਜ਼ ਹੈਚੀਕੋ, ਹੈਚੀਕੋ ਕੌਣ ਸੀ। ਸੋ ਅਸੀਂ ਜਾਣਦੇ ਹਾਂ ਬੱਚੋ, ਆਨਸਰ ਲਿਖ ਦੇਣਾ ਹੈਚੀਕੋ ਵਾਜ਼ ਅ ਵੈਰੀ ਲਾਇਲ ਐਂਡ ਫੇਥਫੁਲ ਡੌਗ, ਅਰਥਾਤ ਹੈਚੀਕੋ ਇੱਕ ਬੜਾ ਹੀ ਵਫਾਦਾਰ ਅਤੇ ਭਰੋਸੇਯੋਗ ਵਿਸ਼ਵਾਸ ਪਾਤਰ ਇੱਕ ਕੁੱਤਾ ਸੀ। He was a true companion, ਉਹ ਇੱਕ ਸੱਚਾ ਸਾਥੀ ਸੀ। and more than just a pet, ਤੇ ਉਹ ਸਿਰਫ ਇੱਕ ਪਾਲਤੂ ਜਾਨਵਰ ਹੀ ਨਹੀਂ ਸੀ, ਉਹ ਤੋਂ ਵੱਧ ਕੇ ਬਹੁਤ ਕੁਝ ਸੀ। more than just a pet, ਅਰਥਾਤ ਇੱਕ ਉਹ ਸਧਾਰਨ ਪੈਟ ਨਹੀਂ ਸੀ, ਸਧਾਰਨ ਪਾਲਤੂ ਨਹੀਂ ਸੀ, ਉਹ ਤੋਂ ਵੱਧ ਕੇ ਬਹੁਤ ਕੁਝ ਸੀ। ਠੀਕ ਹੈ। ਫਿਰ ਸਵਾਲ ਨੰਬਰ 2, what was his breed, ਉਹਦੀ ਨਸਲ ਕਿਹੜੀ ਸੀ। ਸੋ ਬੱਚੇ ਅਸੀਂ ਪੜ੍ਹ ਚੁੱਕੇ ਹਾਂ His breed was Akita, ਅਕੀਟਾ ਇੱਕ ਜਾਪਾਨੀ ਕੁੱਤਿਆਂ ਦੀ ਨਸਲ ਦਾ ਨਾਮ ਹੈ। ਸੋ ਇਸ ਕਰਕੇ ਇਹ ਕੈਪੀਟਲ ਹੈ, ਇਹ ਪ੍ਰੋਪਰ ਨਾਊਨ ਹੈ, ਨਸਲ ਦਾ ਨਾਮ ਹੈਗਾ। ਸੋ ਇਹ ਤੁਹਾਨੂੰ ਯਾਦ ਕਰਨਾ ਪੈਣਾ ਅਕੀਟਾ, ਹਿਜ਼ ਬਰੀਡ ਵਾਜ਼ ਅਕੀਟਾ। ਫਿਰ ਆ ਗਿਆ ਸਵਾਲ ਨੰਬਰ 3, ਵੈਨ ਵਾਜ਼ ਹੀ ਬੋਰਨ, ਅਰਥਾਤ ਹੈਚੀਕੋ ਦਾ ਜਨਮ ਕਦੋਂ ਹੋਇਆ। ਸੋ ਲੈਸਨ ਵਿੱਚ ਸਟੋਰੀ 'ਚ ਲਿਖਿਆ ਹੈ ਹੀ ਵਾਜ਼ ਬੋਰਨ ਔਨ ਨਵੰਬਰ 10, 1923, ਅਰਥਾਤ ਉਸ ਦਾ ਜਨਮ 10 ਨਵੰਬਰ 1923 ਨੂੰ ਹੋਇਆ। ਠੀਕ ਹੈ। ਹੂ ਐਡੋਪਟਿਡ ਹਿਮ, ਅਰਥਾਤ ਉਸਨੂੰ ਕਿਹਨੇ ਅਪਣਾਇਆ। ਸੋ ਉਹ 'ਚ ਲਿਖਿਆ ਹੈ ਪ੍ਰੋਫੈਸਰ ਹਾਈਟਸਾ ਬਿਊਰੋ ਯੂਨੋ ਐਡੋਪਟਿਡ ਹਿਮ, ਪ੍ਰੋਫੈਸਰ ਹਾਈਟਸਾ ਬਿਊਰੋ ਯੂਨੋ ਨੇ ਉਸਨੂੰ ਅਪਣਾਇਆ, ਉਸਨੂੰ ਗੋਦ ਲਿਆ ਜਾਂ ਉਹਦੇ ਪਾਲਣ ਪੋਸ਼ਣ ਦੀ ਉਹਨੇ ਜ਼ਿੰਮੇਵਾਰੀ ਲਈ ਜਾਂ ਉਹਨੂੰ ਬਤੌਰ ਆਪਣੇ ਪਾਲਤੂ ਉਹਨੇ ਅਪਣਾਇਆ। ਠੀਕ ਹੈ। ਫਿਰ ਕਹਿੰਦੇ ਵੇਅਰ ਡਿਡ ਯੂਨੋ ਟੀਚ, ਟੀਚ ਉਹਨੇ ਪੜ੍ਹਾਉਣਾ, ਡਿਡ ਇਹਦਾ ਮਤਲਬ ਕੀ ਹੈ ਭੂਤਕਾਲ ਦੀ ਗੱਲ ਹੈਗੀ ਹੈ। ਸੋ ਟੀਚ ਦਾ ਬਣ ਜਾਏਗਾ ਟੌਟ। ਵੇਅਰ ਡਿਡ ਯੂਨੋ ਟੀਚ, ਅਰਥਾਤ ਯੂਨੋ ਜਿਹੜਾ ਸੀਗਾ ਉਹ ਕਿੱਥੇ ਪੜ੍ਹਾਉਂਦਾ ਸੀ। ਸੋ ਉਹਦੇ ਵਿੱਚ ਲਿਖਿਆ ਹੈ ਕਿ ਉਹ ਜਿਹੜੀ ਟੋਕੀਓ ਇੰਪੀਰੀਅਲ ਯੂਨੀਵਰਸਿਟੀ ਹੈਗੀ ਉਹ 'ਚ ਪੜ੍ਹਾਉਂਦਾ ਸੀ ਤੇ ਐਗਰੀਕਲਚਰ ਡਿਪਾਰਟਮੈਂਟ 'ਚ ਪੜ੍ਹਾਉਂਦਾ ਸੀ। ਸੋ ਦੋ ਗੱਲਾਂ ਨੇ, ਐਗਰੀਕਲਚਰ ਡਿਪਾਰਟਮੈਂਟ ਖੇਤੀਬਾੜੀ ਦਾ ਮਹਿਕਮਾ ਸੀ ਤੇ ਟੋਕੀਓ ਇੰਪੀਰੀਅਲ ਯੂਨੀਵਰਸਿਟੀ ਸੀ, ਹੈ ਨਾ, ਉਹਦੇ ਵਿੱਚ ਜੋ ਮਹਿਕਮਾ। ਸੋ ਯੂਨੋ ਵੇਨੋ ਟੌਟ, ਟੀਚ ਦਾ ਬਣ ਜਾਏਗਾ ਟੌਟ, ਡਿਡ ਕਰਕੇ ਭੂਤਕਾਲ ਹੈ। ਵੇਨੋ ਟੌਟ ਇਨ ਦੀ ਐਗਰੀਕਲਚਰ ਡਿਪਾਰਟਮੈਂਟ ਆਫ ਟੋਕੀਓ ਇੰਪੀਰੀਅਲ ਯੂਨੀਵਰਸਿਟੀ, ਅਰਥਾਤ ਯੂਨੋ ਜਿਹੜਾ ਸੀ ਉਹ ਟੋਕੀਓ ਇੰਪੀਰੀਅਲ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਵਿੱਚ ਪੜ੍ਹਾਉਂਦਾ ਸੀ। ਫਿਰ ਆ ਗਿਆ ਕੁਐਸਚਨ ਨੰਬਰ 6, ਸਵਾਲ ਨੰਬਰ 6, ਵਟ ਵਾਜ਼ देयर ਰੂਟੀਨ। ਹੁਣ देयर ਇਹ ਬਹੁਵਚਨ ਹੈ, देयर ਕੌਣ ਹੋ ਗਏ, ਦੋ ਜਣੇ ਹੋ ਗਏ, ਇੱਕ ਹੈਚੀਕੋ ਕੁੱਤਾ ਤੇ ਪ੍ਰੋਫੈਸਰ ਉਏਨੋ। ਸੋ ਵਟ ਵਾਜ਼ देयर ਰੂਟੀਨ, ਉਹ ਉਹਨਾਂ ਦਾ ਨੇਮ ਕੀ ਸੀ। ਠੀਕ ਹੈ। ਸੋ ਇਹਦਾ ਨੇਮ ਅਸੀਂ ਬੱਚੋ ਲਿਖ ਦੇਣਾ ਹੈ। ਉਹ ਘਰੋਂ ਦੀ ਸਟੇਸ਼ਨ ਤੇ ਜਾਂਦੇ ਸੀ ਇਕੱਠੇ, ਫਿਰ ਉਹ ਪੜ੍ਹਾਉਣ ਚਲਾ ਜਾਂਦਾ ਸੀਗਾ ਤੇ ਫਿਰ ਉਹ ਮੁੜ ਕੇ 3 ਵਜੇ ਵਾਪਸ ਮੁੜਦਾ ਸੀਗਾ, ਕੁੱਤਾ ਉਹਨੂੰ ਲੈਣ ਜਾਂਦਾ ਸੀਗਾ ਤੇ ਉਹ ਇਕੱਠੇ ਵਾਪਸ ਘਰ ਮੁੜਦੇ ਸੀਗੇ। ਸੋ ਇਹ ਸਾਰੇ ਰੂਟੀਨ ਨੂੰ ਅਸੀਂ ਇੱਦਾਂ ਲਿਖਣਾ ਹੈ, ਐਵਰੀ ਡੇ, ਅਰਥਾਤ ਹਰ ਰੋਜ਼, ਦੇ ਵੁੱਡ ਵਾਕ ਟੂ ਦੀ ਸ਼ਿਬੂਆ ਰੇਲਵੇ ਸਟੇਸ਼ਨ, ਉਹ ਦੋਨੋਂ ਸ਼ਿਬੂਆ ਰੇਲਵੇ ਸਟੇਸ਼ਨ ਤੁਰ ਕੇ ਜਾਂਦੇ ਸੀ। ਵੇਅਰ, ਜਿੱਥੇ, ਦੀ ਪ੍ਰੋਫੈਸਰ, ਜਿਹੜਾ ਪ੍ਰੋਫੈਸਰ ਸੀ, ਵੁੱਡ ਟੇਕ ਦੀ ਟ੍ਰੇਨ ਟੂ ਵਰਕ, ਉਹ ਉੱਥੇ ਆਪਣੇ ਕੰਮ ਤੇ ਜਾਣ ਲਈ ਗੱਡੀ ਫੜਦਾ ਸੀ।
ਹੈਚੀਕੋ ਵੁੱਡ ਅਗੇਨ ਰੀਚ ਦੀ ਸਟੇਸ਼ਨ, ਤੇ ਫਿਰ ਹੈਚੀਕੋ ਜਿਹੜਾ ਸੀ ਮੁੜ ਕੇ ਫਿਰ ਸਟੇਸ਼ਨ ਪਹੁੰਚ ਜਾਂਦਾ ਸੀ। ਐਂਡ ਵੇਟ ਫॉर ਹਿਜ਼ ਮਾਸਟਰ ਟੂ ਰਿਟਰਨ ਐਟ 3 PM, ਦੁਪਹਿਰ ਦੇ 3 ਵਜੇ ਆਪਣੇ ਮਾਲਿਕ ਦੇ ਮੁੜਨ ਦੀ ਉਹ ਉਡੀਕ ਕਰਦਾ ਸੀ। ਹੈਚੀਕੋ ਸਟੇਸ਼ਨ ਚਲ ਜਾਂਦਾ ਸੀ। ਦੈਨ ਦੇ ਵੁੱਡ ਵਾਕ ਟੂਗੈਦਰ ਬੈਕ ਟੂ ਦੀ ਹੋਮ, ਤੇ ਉਸ ਤੋਂ ਮਗਰੋਂ ਜਦੋਂ ਆ ਜਾਂਦਾ ਸੀਗਾ ਉਹ ਦੋਨੋਂ ਇਕੱਠੇ ਵਾਪਸ ਘਰ ਤੁਰ ਕੇ ਆਉਂਦੇ ਸੀ। ਇਹ ਉਹਨਾਂ ਦਾ ਰੂਟੀਨ ਸੀ, ਇਹ ਉਹਨਾਂ ਦਾ ਨੇਮ ਸੀ। ਇਹ ਜਵਾਬ ਥੋੜਾ ਵੱਡਾ ਹੈ ਪਰ ਇਸ ਤੋਂ ਛੋਟਾ ਨਹੀਂ ਹੋ ਸਕਦਾ ਬੱਚਿਓ, ਮੈਂ ਇਹਨੂੰ ਛੋਟੇ ਤੋਂ ਛੋਟਾ ਕੀਤਾ ਪਰ ਬੜੀ ਸੌਖੀ ਬੋਲੀ ਹੈ, ਕੋਈ ਔਖੇ ਸ਼ਬਦ ਨਹੀਂ ਹੈਗੇ। ਤੁਸੀਂ ਇਹਨੂੰ ਨੋਟ ਕਰ ਲਓ। ਉੱਚੀ 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 ਉੱਚੀ, ਜਿੱਦਾਂ ਮੈਂ ਕਹਿ ਰਿਹਾ ਉੱਚੀ ਉੱਚੀ, ਤੇ ਇਦਾਂ ਹੀ ਕਰਨਾ ਉੱਚੀ, ਕਿਉਂਕਿ ਇਹ ਤਰੀਕਾ ਬੜਾ ਵਧੀਆ ਯਾਦ ਕਰਨ ਦਾ। ਉੱਚੀ ਉੱਚੀ ਇਹਨਾਂ ਨੂੰ ਪੜ੍ਹੋ, ਇਸ ਪੂਰੇ ਪੈਰਾਗ੍ਰਾਫ ਨੂੰ ਪੜ੍ਹੋ। 2-3 ਸੈਂਟੈਂਸ ਨੇ। ਛੱਤ ਤੇ ਸੈਰ ਕਰੋ, ਵਰਾਂਡੇ ਸੈਰ ਕਰੋ, ਨਾਲ ਉੱਚੀ ਉੱਚੀ ਪੜ੍ਹੋ, ਮੂੰਹ ਚੜ ਜਾਏਗਾ। ਤੇ ਫਿਰ ਬਿਨਾਂ ਦੇਖੇ ਇਹਨੂੰ ਲਿਖ ਕੇ ਅਭਿਆਸ ਕਰੋ। ਫਿਰ ਆ ਗਿਆ ਕੁਐਸਚਨ ਨੰਬਰ 7, ਵਟ ਹੈਪਨ ਟੂ ਦੀ ਪ੍ਰੋਫੈਸਰ ਵਨ ਡੇ, ਅਰਥਾਤ ਪ੍ਰੋਫੈਸਰ ਨੂੰ ਇੱਕ ਦਿਨ ਕੀ ਹੋਇਆ। ਅਸੀਂ ਪੜ੍ਹਿਆ ਕਿ ਪੜ੍ਹਾਉਂਦੇ ਹੋਏ ਉਹਦੇ ਦਿਮਾਗ ਦੀ ਨਾੜੀ ਫਟ ਗਈ ਤੇ ਉਹ ਅਕਾਲ ਚਲਾਣਾ ਕਰ ਗਿਆ। ਠੀਕ ਹੈ। ਸੋ ਵਨ ਡੇ ਦੀ ਪ੍ਰੋਫੈਸਰ ਸਫਰਡ ਅ ਬ੍ਰੇਨ ਹੈਮਰੇਜ। ਬ੍ਰੇਨ ਹੈਮਰੇਜ ਦਾ ਮਤਲਬ ਹੈ ਉਹਦੇ ਦਿਮਾਗ ਦੀ ਨਾੜੀ ਫਟ ਗਈ, ਉਹ ਚੋਂ ਖੂਨ ਆਉਣ ਲੱਗ ਗਿਆ। ਹੈਮਰੇਜ ਦਾ ਮਤਲਬ ਹੁੰਦਾ ਖੂਨ ਦਾ ਵਗਣਾ। ਸੋ ਬ੍ਰੇਨ ਹੈਮਰੇਜ ਦਾ ਮਤਲਬ ਹੈ ਦਿਮਾਗ ਦੇ ਅੰਦਰ ਖੂਨ ਦਾ ਵਗਣਾ, ਕਿਉਂਕਿ ਦਿਮਾਗ ਦੇ ਅੰਦਰਲੀ ਨਾੜੀ ਫਟ ਗਈ। ਕਦੋਂ? ਵਾਈਲ ਟੀਚਿੰਗ ਐਂਡ ਪਾਸਡ ਅਵੇ। ਪਾਸ ਅਵੇ ਹੁੰਦਾ ਹੈ ਗੁਜ਼ਰ ਜਾਣਾ, ਪਾਸਡ ਅਵੇ ਮੈਨੇ ਗੁਜ਼ਰ ਗਿਆ। ਸੋ ਵਨ ਡੇ ਦੀ ਪ੍ਰੋਫੈਸਰ ਸਫਰਡ ਆ ਬ੍ਰੇਨ ਹੈਮਰੇਜ ਵਾਈਲ ਟੀਚਿੰਗ, ਪੜ੍ਹਾਉਂਦੇ ਹੋਏ ਉਹਦੇ ਦਿਮਾਗ ਦੀ ਨਾੜੀ ਫਟ ਗਈ। ਐਂਡ ਪਾਸਡ ਅਵੇ ਤੇ ਪੂਰਾ ਹੋ ਗਿਆ, ਅਕਾਲ ਚਲਾਣਾ ਕਰ ਗਿਆ, ਮੁੱਕ ਗਿਆ। ਠੀਕ ਹੈ। ਕੁਐਸਚਨ ਨੰਬਰ 8 ਆ ਗਿਆ, ਵਟ ਡਿਡ ਹੈਚੀਕੋ ਡੂ ਆਫਟਰ ਉਏਨੋ ਡਾਈਡ। ਆਫਟਰ ਉਏਨੋ ਡਾਈਡ ਅਰਥਾਤ ਜਿਹੜਾ ਪ੍ਰੋਫੈਸਰ ਸੀ ਉਏਨੋ ਮਰ ਗਿਆ, ਉਹਦੇ ਮਗਰੋਂ ਵਟ ਡਿਡ ਹੈਚੀਕੋ ਡੂ। ਡਿਡ ਹੈ ਭੂਤਕਾਲ ਦੀ ਗੱਲ ਹੈ, ਪਰ ਡਿਡ ਦੇ ਨਾਲ ਹਮੇਸ਼ਾ ਵਰਬ ਦੀ ਫਸਟ ਫਾਰਮ ਆਉਂਦੀ ਹੈ ਡੂ। ਠੀਕ ਹੈ, ਪਰ ਇਹ ਡਿਡ ਭੂਤਕਾਲ ਦੀ ਗੱਲ ਹੈ। ਸੋ ਕਹਿੰਦੇ ਵਟ ਡਿਡ ਹੈਚੀਕੋ ਡੂ, ਅਰਥਾਤ ਹੈਚੀਕੋ ਉਏਨੋ ਦੇ ਮਰਨ ਤੋਂ ਬਾਅਦ ਉਹਨੇ ਕੀ ਕੀਤਾ, ਉਹ ਕੀ ਕਰਦਾ ਸੀ। ਸੋ ਅਸੀਂ ਸਾਰਾ ਜਿਹੜਾ ਜਵਾਬ ਦੇਣਾ ਹੈ ਉਹ ਸਾਰੀਆਂ ਜਿਹੜੀ ਵਰਬਸ ਹੈਗੀਆਂ ਸੈਕਿੰਡ ਫਾਰਮ ਚ ਆਉਣਗੀਆਂ, ਡਾਈ, ਡਾਈਡ। ਠੀਕ ਹੈ ਨਾ। ਫਿਰ ਕੈਪਟ, ਕੀਪ ਦਾ ਕੈਪਟ ਬਣ ਜਾਏਗਾ। ਠੀਕ ਹੈ। ਸੋ ਆਫਟਰ ਉਏਨੋ ਡਾਈਡ ਅਰਥਾਤ ਉਏਨੋ ਦੇ ਮਰਨ ਤੋਂ ਬਾਅਦ ਹੈਚੀਕੋ ਕੈਪਟ ਦੀ ਰੂਟੀਨ। ਕੈਪਟ ਦਾ ਰੂਟੀਨ ਮਨੇ ਉਹਨੇ ਨੇਮ ਦੀ ਪਾਲਣਾ ਕੀਤੀ, ਉਹ ਨੇਮ ਉੱਦਾਂ ਹੀ ਰੱਖਿਆ। ਕਿਹੜਾ ਨੇਮ ਸੀਗਾ? ਕੈਪਟ ਦੀ ਰੂਟੀਨ ਆਫ ਸ਼ੋਇੰਗ ਅਪ। ਸ਼ੋਇੰਗ ਅਪ ਮਨੇ ਅਰਾਈਵਿੰਗ, ਕਮਿੰਗ, ਟਰਨਿੰਗ ਅਪ at the railway station at 3 PM to meet his master Ueno। ਅਰਥਾਤ ਉਹਨੇ 3 ਵਜੇ ਦੁਪਹਿਰੇ ਸਟੇਸ਼ਨ ਤੇ ਜਾ ਕੇ ਆਪਣੇ ਮਾਸਟਰ ਨੂੰ, ਆਪਣੇ ਮਾਲਕ ਨੂੰ ਮਿਲਣ ਦਾ ਜਿਹੜਾ ਰੂਟੀਨ ਸੀ, ਨੇਮ ਸੀ, ਉਹ ਉਹਨੇ ਜਾਰੀ ਰੱਖਿਆ ਉਏਨੋ ਦੇ ਮਰਨ ਤੋਂ ਬਾਅਦ ਵੀ। ਆਖਰੀ ਦੋ ਕੁਐਸਚਨ ਆ ਗਏ ਬੱਚਿਓ। ਕੁਐਸਚਨ ਨੰਬਰ 9, who adopted Hachiko after Ueno died। ਅਰਥਾਤ ਉਏਨੋ ਜਿਹੜਾ ਪ੍ਰੋਫੈਸਰ ਸੀ ਉਹਦੇ ਮਰਨ ਤੋਂ ਬਾਅਦ ਫਿਰ ਹੈਚੀਕੋ ਨੂੰ ਕਿਹਨੇ ਅਪਣਾਇਆ। ਉਹ ਕੁੱਤਾ ਅਨਾਥ ਹੋ ਗਿਆ, ਜਿੱਦਾਂ ਹੁਣ ਉਹਦਾ ਮਾਲਿਕ ਤੇ ਮਰ ਗਿਆ ਸੀਗਾ, ਫਿਰ ਬਾਅਦ ਚੋਂ ਕਿਹਨੇ ਉਹਨੂੰ ਆਪਣੀ ਦੇਖ ਰੇਖ 'ਚ ਰੱਖਿਆ, ਕਿਹਨੇ ਅਪਣਾਇਆ। ਸੋ ਉਏਨੋਜ਼ ਫਾਰਮਰ ਗਾਰਡਨਰ, ਉਹ 'ਚ ਲਿਖਿਆ ਹੈ ਉਹਦਾ ਪੁਰਾਣਾ ਮਾਲੀ। ਗਾਰਡਨ ਮੈਨੇ ਬਾਗ, ਗਾਰਡਨਰ ਮੈਨੇ ਬਾਗਬਾਨੀ ਦੀ ਸਾਂਭ ਸੰਭਾਲ ਕਰਨ ਵਾਲਾ, ਜਿਹਨੂੰ ਅਸੀਂ ਆਮ ਤੌਰ ਤੇ ਮਾਲੀ ਕਹਿ ਦਿੰਦੇ ਹਾਂ। ਸੋ ਉਏਨੋਜ਼ ਫਾਰਮਰ, ਫਾਰਮਰ ਮੈਨੇ ਪਹਿਲੇ ਦਾ, ਪਹਿਲਾਂ। ਉਏਨੋਜ਼ ਫਾਰਮਰ ਗਾਰਡਨਰ, ਉਹਦਾ ਨਾਂ ਕੀ ਸੀ? ਕਿਊਜ਼ਾ ਬੂਰੋ ਕੋਬਾਯਾਸ਼ੀ ਐਡੋਪਟਿਡ ਹੈਚੀਕੋ ਆਫਟਰ ਉਏਨੋ ਡਾਈਡ। ਉਹਦੇ ਮਰਨ ਤੋਂ ਬਾਅਦ ਉਹਦਾ ਜਿਹੜਾ ਪਹਿਲਾ ਮਾਲੀ ਸੀ ਉਹਦਾ ਨਾਂ ਸੀ ਕਿਊਜ਼ਾ ਬੂਰੋ ਕੋਬਾਯਾਸ਼ੀ ਨੇ ਉਸਨੂੰ ਹੈਚੀਕੋ ਨੂੰ ਅਪਣਾਇਆ। ਫਿਰ ਕੁਐਸਚਨ ਨੰਬਰ 10 ਹੈਗਾ ਬੱਚਿਓ ਆਖਰੀ, ਹੂ ਵੈਂਟ ਟੂ ਸੀ ਹੈਚੀਕੋ ਆਫਟਰ ਕਮਿੰਗ ਟੂ ਨੋ ਅਬਾਊਟ ਹਿਜ਼ ਰੂਟੀਨ। ਅਰਥਾਤ ਹੈਚੀਕੋ ਦੇ ਨੇਮ ਦੇ ਬਾਰੇ ਜਾਣਨ ਤੋਂ ਮਗਰੋਂ ਜਦੋਂ ਇਹ ਗੱਲ ਸਾਰੇ ਫੈਲ ਗਈ ਕਿ ਕੁੱਤਾ ਹੈਗਾ, ਉਹਦਾ ਮਾਲਿਕ ਮਰ ਚੁੱਕਾ, ਪਰ ਰੋਜ਼ 3 ਵਜੇ ਸਟੇਸ਼ਨ ਤੇ ਉਹਦੀ ਉਡੀਕ ਕਰਨ ਜਾਂਦਾ, ਉਹਨੂੰ ਮਿਲਣ ਜਾਂਦਾ ਹੈ। ਜਦੋਂ ਇਹ ਗੱਲ ਕਿਹਦੇ ਕੰਨੀ ਪਈ ਤੇ ਕੌਣ ਉਹਨੂੰ ਦੇਖਣ ਗਿਆ? ਹੂ ਵੈਂਟ ਟੂ ਸੀ ਹੈਚੀਕੋ। ਸੋਚ ਲਿਖਿਆ ਬੱਚਿਓ ਕਿ ਪ੍ਰੋਫੈਸਰ ਦਾ ਜੋ ਇੱਕ ਪਹਿਲੇ ਦਾ ਕੋਈ ਇੱਕ ਵਿਦਿਆਰਥੀ ਸੀਗਾ ਜੋ ਅਕੀਤਾ ਬਰੀਡ, ਅਕੀਤਾ ਨਸਲ ਦੇ ਕੁੱਤਿਆਂ ਦੇ ਬਾਰੇ ਮਾਹਰ ਸੀਗਾ, ਉਹ ਇੱਦਾਂ ਗਿਆ ਸੀ ਮਿਲਣ। ਸੋ ਇਹਦਾ ਆਨਸਰ ਲਿਖ ਦੇਣਾ ਹੈ, ਵਨ ਆਫ ਪ੍ਰੋਫੈਸਰ ਉਏਨੋਜ਼ ਫਾਰਮਰ ਸਟੂਡੈਂਟਸ। ਵਨ ਆਫ ਪ੍ਰੋਫੈਸਰ ਉਏਨੋਜ਼ ਫਾਰਮਰ, ਫਾਰਮਰ ਮੈਨੇ ਪਹਿਲੇ ਦੇ, ਜਿਹੜੇ ਪੜ੍ਹ ਕੇ ਜਾ ਚੁੱਕੇ ਸੀਗੇ। ਅਰਥਾਤ ਉਏਨੋ ਦੇ ਪਹਿਲੇ ਵਿਦਿਆਰਥੀਆਂ ਵਿੱਚੋਂ ਇੱਕ ਵਿਦਿਆਰਥੀ ਕਿਹੜਾ? ਹੀਰੋਕੀਚੀ ਸਾਇਤੋ। ਹੀਰੋਕੀਚੀ ਸਾਇਤੋ ਐਨ ਐਕਸਪਰਟ,
एक्सपर्ट ने माहर, एन एक्सपर्ट ऑन दी अकीटा ब्रीड ऑफ डॉग्स, अर्थात कुत्तियां दी अकीटा जिहड़ी नस्ल है ਉਹਦੇ ਬਾਰੇ जो माहर सीगा, went to see हैचिको, ਉਹ हैचिको ਨੂੰ ਮਿਲਣ ਗਿਆ। ਸੋ ਇਹ ਸੀ ਪਿਆਰੇ ਵਿਦਿਆਰਥੀਓ ਤੁਹਾਡੀ ਐਕਟੀਵਿਟੀ ਨੰਬਰ 4 ਕੁਐਸਚਨਸ ਆਨਸਰਸ। ਸੋ ਇਹ ਮਹੱਤਵਪੂਰਨ ਹੈਗੀ ਹੈ, ਇਹਦੇ ਵਿੱਚੋਂ ਤੇ ਸਵਾਲ ਪੇਪਰਾਂ ਵਿੱਚ ਆਉਂਦੇ ਹੀ ਆਉਂਦੇ ਨੇ। ਸੋ ਇਹਨੂੰ ਚੰਗੀ ਤਰ੍ਹਾਂ ਤੁਸੀਂ ਤਿਆਰ ਕਰ ਲਵੋ ਤੇ ਇਸੇ ਤਰ੍ਹਾਂ ਮਿਹਨਤ ਦੇ ਨਾਲ, ਨੇਮ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।